ਕੋਲ ਦੇ ਕੀਰਤਪੁਰ ਕੋਲ ਪਹੁੰਚੇ ਸੀ। ਪਿੱਛੇ ਕਹਿਲੂਰ ਦਾ ਜਿਹੜਾ ਰਾਜਾ ਸੀ, ਪਹਾੜੀ ਜਿਹੜੇ ਰਾਜੇ ਸੀ ਕਹਿਲੂਰ ਵਾਲੇ, ਇਹਨਾਂ ਦੀ ਫੌਜ ਮੰਗਰ ਲੱਗੀ ਹੋਈ ਹੈ। ਵਜ਼ੀਰ ਖਾਨ ਦੀ ਫੌਜ ਮੰਗਰ ਲੱਗੀ ਹੋਈ ਹੈ। ਭਾਰੀ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਨੇ, ਪਰਿਵਾਰ ਦਾ। ਪਿੱਛੇ ਆਪਾਂ ਗੱਲ ਕੀਤੀ ਵੀ ਇਹਨਾਂ ਲੋਕਾਂ ਨੇ ਗੀਤਾ ਦੀ ਕਸਮ ਨੂੰ ਤੋੜ ਦਿੱਤਾ, ਕੁਰਾਨ ਦੀ ਕਸਮ ਨੂੰ ਤੋੜ ਦਿੱਤਾ। ਗੁਰੂ ਸਾਹਿਬ ਕੋਲ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਵਾਅਦੇ ਕੀਤੇ ਸੀ, ਮਹਾਰਾਜ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿਓ, ਤੁਹਾਡਾ ਬਾਲ ਨਹੀਂ ਵਿੰਗਾ ਹੋਵੇਗਾ, ਤੁਹਾਨੂੰ ਕੁਝ ਨਹੀਂ ਆਖਾਂਗੇ। ਪਰ ਇਹਨਾਂ ਲੋਕਾਂ ਨੇ, ਬੇਈਮਾਨ ਲੋਕਾਂ ਨੇ ਕਿੱਡਾ ਵੱਡਾ ਕਹਿਰ ਕੀਤਾ ਗੁਰੂ ਸਾਹਿਬ ਦੇ ਪਰਿਵਾਰ ਨਾਲ। ਵੈਸੇ ਗੁਰੂ ਸਾਹਿਬ ਜਾਣਦੇ ਸੀ ਇਹਨਾਂ ਦੀ ਨੀਤੀ ਨੂੰ ਵੀ, ਇਹਨਾਂ ਦੀ ਨੀਤੀ ਕੀ ਹੈ। ਪਾਤਸ਼ਾਹ ਜੀ ਦੀਆਂ ਜਿਹੜੀਆਂ ਫੌਜਾਂ ਨੇ, ਬਾਕੀ ਜਿਹੜੀਆਂ ਹੋਰ ਜਹਾਦੀ ਫੌਜਾਂ ਸੀ ਨਾ, ਉਹਨਾਂ ਫੌਜਾਂ ਨੇ ਆਨੰਦਪੁਰ, ਕੁਝ ਲੋਕ ਤਾਂ ਲੁੱਟਣ ਵਾਸਤੇ ਆਏ ਸੀ ਆਨੰਦਪੁਰ ਨੂੰ। ਕੁਝ ਫੌਜਾਂ ਦੇ ਵਿੱਚ ਐਸੇ ਲੋਕ ਸੀ, ਸਿਪਾਹੀ ਸੀ, ਜਿਹੜੇ ਆਨੰਦਪੁਰ ਵਿੱਚ ਲੁੱਟਾਂ ਮਚਾ ਰੱਖੀਆਂ ਨੇ। ਆਨੰਦਪੁਰ ਦੇ ਨਾਲ ਦੇ ਜਿੰਨੇ ਵੀ ਪਿੰਡ ਸੀ ਨਾ, ਉੱਥੇ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬੇਪੱਤ ਕੀਤੀਆਂ ਗਈਆਂ ਸੀ। ਉਸ ਵਕਤ ਇੰਨਾ ਵੱਡਾ ਕਹਿਰ ਵਾਪਰਿਆ ਸੀ। ਇੱਧਰੋਂ ਸਤਿਗੁਰ ਮਹਾਰਾਜ ਜਿਹੜਾ ਬੈਰੀ ਦਲ ਆ, ਇਹ ਗੱਲ ਵਾਰ-ਵਾਰ ਸਤਿਗੁਰੂ ਜੀ ਨੂੰ ਕਹਿੰਦਾ ਹੈ, ਹਥਿਆਰ ਸੁੱਟ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿਓ, ਆਪਣੇ ਸਿੰਘਾਂ ਨੂੰ ਖੁਦ ਆਪ ਗ੍ਰਿਫਤਾਰ ਹੋ ਜਾਓ। ਬੈਰੀ ਦਲ ਇਹ ਕਹਿੰਦਾ ਹੈ, ਪਰ ਮਹਾਰਾਜ ਉਹਨਾਂ ਦੀ ਸਾਰੀ ਵਿਉਂਤ ਨੂੰ, ਸਾਰੀ ਚਾਲ ਨੂੰ ਜਾਣਦੇ ਨੇ। ਸਤਿਗੁਰ ਮਹਾਰਾਜ ਪ੍ਰੇਰਨਾ ਦੇ ਰਹੇ ਨੇ ਵੀ ਕਿਸੇ ਨੇ ਹਥਿਆਰ ਨਹੀਂ ਸੁੱਟਣਾ ਸਿੰਘਾਂ ਨੇ। ਆਪਾਂ ਇਹ ਜਿਹੜਾ ਜ਼ਾਲਮ ਲੋਕਾਂ ਨੇ, ਸਮੇਂ ਦੀ ਸਰਕਾਰ ਨੇ ਹੱਲਾ ਬੋਲ ਦਿੱਤਾ, ਇਹਦਾ ਮੁਕਾਬਲਾ ਡਟ ਕੇ ਕਰਨਾ। ਕੀਰਤਪੁਰ ਤੋਂ 9 ਕਿਲੋਮੀਟਰ ਦੀ ਜਿਹੜੀ ਦੂਰੀ ਹੈ ਜੀ, 9 ਕਿਲੋਮੀਟਰ ਦੀ ਵਿੱਥ ਤੇ ਸਰਸਾ ਨਦੀ ਵਗਦੀ ਹੈ, ਸਰਸਾ ਨਦੀ ਪੈਂਦੀ ਹੈ। ਜਿਸ ਵੇਲੇ ਸਿੱਖਾਂ ਦਾ ਵਹੀਰ, ਸਿੱਖਾਂ ਦਾ ਜਥਾ ਸਰਸਾ ਦੇ ਕਿਨਾਰੇ ਪੁੱਜਿਆ, ਉਸ ਵਕਤ ਇਤਿਹਾਸਕਾਰ ਲਿਖਦੇ ਨੇ ਬਹੁਤ ਭਾਰੀ ਹੜ੍ਹ ਆ ਗਿਆ। ਸਰਸਾ ਵੀ ਉਛਲ ਰਹੀ ਹੈ, ਸਰਸਾ ਦਾ ਪਾਣੀ ਬਹੁਤ ਠੰਡਾ ਹੈ, ਅੱਤ ਦੀ ਠੰਡ ਹੈ। ਆਨੰਦਪੁਰ ਦੇ ਕਿਲੇ 'ਚੋਂ ਸਿੰਘ, ਜਦੋਂ ਅੱਧੇ ਸਿੰਘ ਤਾਂ ਵਿਚਾਰੇ ਰਸਤੇ ਵਿੱਚ ਸ਼ਹੀਦੀਆਂ ਪਾ ਗਏ ਸੀ, ਕਿਉਂਕਿ ਆਨੰਦਪੁਰ ਦਾ ਘੇਰਾ ਲੰਮਾ ਸਮਾਂ ਚੱਲਦਾ ਰਿਹਾ, ਲੰਮਾ ਸਮਾਂ ਇਹ ਘੇਰਾ ਚੱਲਦਾ ਰਿਹਾ। ਕੁਝ ਸਿੰਘ ਵਿਚਾਰੇ ਰਸਤੇ ਵਿੱਚ ਜਾਨਾਂ ਕੁਰਬਾਨ ਕਰ ਗਏ। ਸਿੱਖਾਂ ਦੇ ਉੱਤੇ ਬਹੁਤ ਵੱਡੀ ਮੁਸੀਬਤ ਹੈ। ਇੱਕ ਬਹੁਤ ਵੱਡਾ ਇਹ ਪਹਾੜ ਆ ਕੇ ਟੁੱਟ ਗਿਆ। ਉਹਨਾਂ ਦੇ ਪਿੱਛੇ, ਗੁਰੂ ਸਾਹਿਬ ਦੇ ਪਿੱਛੇ ਬੈਰੀ ਦਾ ਦਲ ਲੱਗਿਆ ਹੋਇਆ। ਸਾਹਮਣੇ ਸਰਸਾ ਸੁੱਕਦੀ ਹੈ, ਸਰਸਾ ਨੂੰ ਪਾਰ ਕਰਨਾ ਬਹੁਤ ਔਖਾ ਹੈ। ਪਾਤਸ਼ਾਹ ਜੀ ਨੇ ਕਿਹਾ, ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਵੀ ਕਿਸੇ ਵੀ ਸਿੰਘ ਨੇ ਹਥਿਆਰ ਨਹੀਂ ਸੁੱਟਣਾ, ਜੂਝਦੇ ਹੋਏ ਸ਼ਹੀਦੀਆਂ ਜ਼ਰੂਰ ਪਾ ਜਾਇਓ, ਕੁਰਬਾਨ ਜ਼ਰੂਰ ਹੋ ਜਾਇਓ। ਕਿਸੇ ਸਿੰਘ ਨੇ ਪਿੱਛੇ ਨਹੀਂ ਮੁੜਨਾ। ਮਹਾਰਾਜ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ। ਸਰਸਾ ਨਦੀ ਦੇ ਕਿਨਾਰੇ ਤੱਕ ਪੁੱਜਦੇ ਪੁੱਜਦੇ ਆਪਾਂ ਸ਼ਹੀਦਾਂ ਬਾਰੇ ਗੱਲ ਕਰ ਚੁੱਕੇ, ਵੀ ਸ਼ਹੀਦ ਹੋ ਚੁੱਕੇ ਸੀ ਬਹੁਤ ਸੀ ਸਿੰਘ। ਗੁਰੂ ਜੀ ਨਾਲ ਲਗਭਗ 600 ਘੋੜ ਸਵਾਰ ਹੈ। ਸਰਸਾ ਵੀ ਸ਼ੁਕ ਰਹੀ ਹੈ। ਮਹਾਰਾਜ ਨੇ ਫੈਸਲਾ ਲਿਆ ਸਰਸਾ ਪਾਰ ਕਰਨ ਦਾ। ਇੱਥੇ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਸੀ ਜੀ, ਸਰਸਾ ਦੇ ਕੰਢੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ, ਆਖਰੀ ਇੱਕ ਮਿਲਾਪ, ਆਖਰੀ ਇੱਕ ਰਾਤ ਸੀ ਗੁਰੂ ਸਾਹਿਬ ਦੀ ਪਰਿਵਾਰ ਨਾਲ। ਇੱਥੇ ਗੁਰੂ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਭਾਈ ਮਨੀ ਸਿੰਘ ਦੀ ਅਗਵਾਈ ਵਿੱਚ 3 ਮਹਾਰਾਜ ਇੱਥੇ ਜਿਹੜੇ ਆਪਾਂ ਵਿਚਾਰ ਕਰ ਰਹੇ ਹਾਂ, ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਗੁਰੂ ਕੀ ਮਹਿਲ, 2 ਟਹਿਲਣਾ ਦਾ ਜ਼ਿਕਰ ਇੱਥੇ ਲਿਖਿਆ ਇਤਿਹਾਸਕਾਰਾਂ ਨੇ। ਇਹ ਇੱਕ ਟੁਕੜਾ ਦਿੱਲੀ ਵੱਲ, ਹਰਿਦੁਆਰ ਤੋਂ ਹੁੰਦੇ ਹੋਏ ਇੱਕ ਪਰਿਵਾਰ ਦਾ ਟੁਕੜਾ ਦਿੱਲੀ ਪਹੁੰਚਦਾ ਹੈ। ਇੱਕ ਟੁਕੜਾ ਪਰਿਵਾਰ ਦਾ ਧੰਨ ਮਾਤਾ ਗੁਜਰ ਕੌਰ, ਬਜ਼ੁਰਗ ਮਾਤਾ ਦੇ ਨਾਲ 2 ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਨੇ। ਅਤੇ ਇੱਕ ਪਰਿਵਾਰ ਦਾ ਜਿਹੜਾ ਟੁਕੜਾ ਹੈ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਪਾਤਸ਼ਾਹ ਜੀ ਖੁਦ ਆਪ ਇਹ ਸਿੰਘਾਂ ਜਿਹੜੇ ਸਿੰਘ ਨੇ 40 ਸਿੰਘ ਨੇ ਨਾਲ
बैरी दल का मुकाबला कर रहे हैं। सरसा के कंढे ते आके जदों इन्हां जालम लोगों ने हमला किया ना, सरसा कुछ ये पार कर गए सी, जी दिल्ली जत्था पहुंचा ना, सरसा पार कर गया सी गुरु साहब का परिवार का जत्था। धन माता गुजर कौर गंगू रसोईया सी जिहड़ा, उहदे नाल गंगू रसोईया लैके जांदा है। इधर जदों सरसा ते इत्थे भयानक जंग हुंदी है, लड़ाई हुंदी है, आरंभ हो जाती है। बहुत सिंह इत्थे सरसा दे कंढे जाना हलूण के अपना आपा कुर्बान कर गए। इतिहास में जिक्र मिलता जी, सरसा दे कंढे ते जिहड़े सिंह लड़े ने ना, भाई उदय सिंह ते भाई जैता सिंह, जिन्होंने आपां बाबा जीवन सिंह भी, ये भाई जैता जी बाबा जीवन सिंह भी आपां कहते हैं, वो भाई जैता जी ने जिहड़े दिल्ली तो गुरु तेग बहादुर साहब का सीस लैके आए सी। सरसा दे कंढे ते किन्ना भयानक युद्ध लग्या होया है। बाबा अजीत सिंह जी इस सरसा दे कंढे ते अगवाई कर रहे हैं। भाई जैता इत्थे सरसा दे कंढे ते भाई उदय सिंह भी लड़दियां लड़दियां शहादत दा जामा पींदे ने। भाई उदय सिंह तो बाद बाबा अजीत सिंह ने सरसा दा कंढा संभालिया, वैरी दल दा मुकाबला किया। बाबा अजीत सिंह तो बाद बाबा जैता जी, बाबा जीवन सिंह जी ने आखिया बाबा अजीत सिंह नूं, तुसी इस बैरी दे दल विचों निकलो, सरसा पार करो। सरसा दे कंढे नूं साਂਭਣ वाला पता कौन है? भाई जैता, बाबा जीवन सिंह जी। मैं अक्सर बेनती करदा हुंदा जी, असीं वैसे जिन्हां ने कुर्बानियां कीतियां ना, वो सब दे रहबर ने, वो सब दे सांझे ने, पर असीं इन्हां महान योद्धिਆਂ ਨੂੰ ਬਰਾਦਰੀਆਂ ਖਿੱਤਿਆਂ ਵਿੱਚ ਵੰਡ ਕੇ ਬੈਠੇ ਹਾਂ। ਇਹਨਾਂ ਦੀ ਕੁਰਬਾਨੀ ਨੂੰ, ਇਹਨਾਂ ਦੇ ਇਤਿਹਾਸ ਨੂੰ ਕਦੇ ਜਾਣਿਆ ਪੜ੍ਹਿਆ ਨਹੀਂ ਹੈ। ਬਾਬਾ ਅਜੀਤ ਸਿੰਘ ਨੂੰ ਇਸ युद्ध ਦੇ ਵਿੱਚੋਂ, ਇਸ ਸਰਸਾ ਦੇ ਕੰਢੇ ਤੋਂ ਕਿਹਾ ਤੁਸੀਂ ਸਰਸਾ ਪਾਰ ਕਰੋ। ਸਰਸਾ ਦਾ ਕੰਢਾ ਭਾਈ ਜੈਤਾ ਜੀ ਕਹਿੰਦੇ ਮੈਂ ਸੰਭਾਲਾਂਗਾ। ਬਾਬਾ ਅਜੀਤ ਸਿੰਘ ਜੀ ਇਸ युद्ध ਦੇ ਵਿੱਚੋਂ, ਇਸ ਘੇਰੇ ਦੇ ਵਿੱਚੋਂ ਨਿਕਲਦੇ ਨੇ, ਸਰਸਾ ਦੀ ਨਦੀ ਪਾਰ ਕਰਦੇ ਨੇ। ਭਾਈ ਜੈਤਾ ਜੀ ਇਹਨਾਂ ਦੁਸ਼ਮਣਾਂ ਦਾ ਜਿਹੜਾ ਦੰਦ ਖੱਟੇ ਕਰਦੇ ਨੇ, ਅਤੇ ਕੁਝ ਮੁਗਲ ਫੌਜਾਂ ਨੇ, ਪਹਾੜੀ ਫੌਜਾਂ ਨੇ ਸਰਸਾ ਪਾਰ ਨਹੀਂ ਕਰ ਸਕੀਆਂ, ਡਰ ਗਈਆਂ। ਇੱਕ ਪਾਸੇ ਤਨਖਾਹਦਾਰ ਨੇ, ਇੱਕ ਪਾਸੇ ਗੁਰੂ ਤੋਂ ਜਾਨਾਂ ਨਿਸ਼ਾਵਰ ਕਰਨ ਵਾਲੇ ਨੇ। ਤਨਖਾਹਦਾਰ ਨੂੰ ਤਾਂ ਤਨਖਾਹ ਤੱਕ ਮਤਲਬ ਹੁੰਦਾ ਨਾ, ਉਹ ਤਾਂ ਸਰਸਾ ਨਹੀਂ ਪਾਰ ਕਰੇ, ਪਰ ਗੁਰੂ ਸਾਹਿਬ ਦਾ ਜਿਹੜਾ ਇਹ ਪਰਿਵਾਰ ਹੈ, ਸਾਹਿਬਜ਼ਾਦੇ ਨੇ, ਸਰਸਾ ਪਾਰ ਕਰਦੇ ਨੇ। सतगुरु महाराज सरसा पार करके सैकड़े, फिर इत्थे भी सैकड़े मुगल पता नहीं किन्नियां क फौजां गुरु साहब का पिछा कर रही ने। पातशाह गुरगोबिंद सिंह महाराज, बाबा अजीत सिंह, बाबा जुझार सिंह अते होर घोड़सवार ने जो सरसा पार करके वो चमकौर की गढ़ी दे विच पहुँचते हैं। ਜਦੋਂ ਮਹਾਰਾਜ ਸਰਸਾ ਪਾਰ ਕਰ ਗਏ ਨੇ ਨਾ, ਇੱਕ ਰੋਪੜ ਦੇ ਕਿਨਾਰੇ, ਰੋਪੜ ਦੇ ਇਲਾਕੇ ਵਿੱਚ, ਰੋਪੜ ਦੇ ਇਲਾਕੇ ਵਿੱਚ ਮਹਾਰਾਜ ਤੇ ਪਠਾਣਾ ਨੇ ਹਮਲਾ ਕਰ ਦਿੱਤਾ ਸੀ। ਪਠਾਣਾ ਨੂੰ ਵੀ ਮਹਾਰਾਜ ਨੇ ਸਬਕ ਸਿਖਾਇਆ। ਉਸ ਤੋਂ ਬਾਅਦ ਅੱਗੇ ਇਤਿਹਾਸ ਜਿਹੜਾ ਤੁਰਦਾ, ਮਹਾਰਾਜ ਪੁੱਜਦੇ ਪੁੱਜਦੇ ਚਮਕੌਰ ਦੀ ਗੜੀ ਦੇ ਵਿੱਚ ਜਾਂਦੇ ਨੇ। ਚਮਕੌਰ ਦੀ ਗੜੀ ਬਾਰੇ ਆਪਾਂ ਥੋੜ੍ਹਾ ਲੜੀ ਨਾਲ ਜੁੜੇ ਰਹੀਏ ਜੀ। ਇੱਕ ਪਰਿਵਾਰ ਦਾ ਟੁਕੜਾ ਜਿਹੜਾ ਮਹਾਰਾਜ ਦੀ ਪਤਨੀ ਭਾਈ ਮਨੀ ਸਿੰਘ, ਦੋ ਟਹਿਲਣਾ, ਇਹ ਪਰਿਵਾਰ ਦਾ ਟੁਕੜਾ ਦਿੱਲੀ ਦੀ ਧਰਤੀ ਵੱਲ ਪਹੁੰਚ ਜਾਂਦਾ ਹੈ। ਭਾਈ ਜਵਾਰ ਸਿੰਘ ਦੇ ਘਰ, ਧੰਨਾ ਸਿੰਘ ਤੇ ਭਾਈ ਜਵਾਰ ਸਿੰਘ ਦਾ ਜ਼ਿਕਰ ਅੱਗੇ ਆਵੇਗਾ। ਇਹ ਗੁਰੂ ਕੇ ਸਿੱਖ ਸੀ ਜਿਨ੍ਹਾਂ ਨੇ ਦਿੱਲੀ ਤੋਂ ਆਏ ਸੀ। ਉਸ ਥਾਂ ਤੇ ਟੁਕੜਾ, ਇੱਕ ਟੁਕੜਾ ਕੁੰਮੇ ਮਾਸ਼ਕੀ ਨੂੰ ਮਿਲਦੇ ਨੇ, ਧੰਨ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ। ਇਹ ਗੰਗੂ ਆਪਣੇ ਨਾਲ ਲੈ ਜਾਂਦਾ। ਉਹ ਸਾਰੀ ਆਪਾਂ ਇੱਕ ਬਿਰਤਾਂਤ ਲੜੀ ਵਾਰ ਆਪਾਂ ਵਿਚਾਰ ਕਰਾਂਗੇ ਕਿਸ ਤਰ੍ਹਾਂ ਗੰਗੂ ਦੇ ਮਨ ਅੰਦਰ ਬੇਈਮਾਨਾ ਹੁੰਦਾ। ਜਿਹੜਾ ਇਹ ਚਮਕੌਰ ਦੀ ਗੜੀ ਅੰਦਰ ਸਤਿਗੁਰ ਮਹਾਰਾਜ ਦਾ ਜੱਥਾ ਪਹੁੰਚਦਾ ਹੈ। ਲੜਦਿਆਂ ਲੜਦਿਆਂ ਸ਼ਾਮਾਂ ਪੈ ਜਾਂਦੀਆਂ ਨੇ, 8 ਪੋਹ ਦਾ ਦਿਨ ਚੜ੍ਹ ਜਾਂਦਾ ਹੈ। ਸਤਿਗੁਰ ਮਹਾਰਾਜ ਦਾ ਇਹ ਜੱਥਾ ਚਮਕੌਰ ਦੀ ਗੜੀ ਅੰਦਰ ਪੁੱਜਦਾ ਹੈ। ਜਦੋਂ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੇ ਕਦਮ ਰੱਖਦੇ ਨੇ, ਚਰਨ ਪਾਉਂਦੇ ਨੇ ਨਾ, ਚਮਕੌਰ ਸਾਹਿਬ ਦੇ ਲੋਕਾਂ ਨੇ ਬੜੀ ਖੁਸ਼ੀ ਨਾਲ, ਬੜੇ ਪਿਆਰ ਨਾਲ, ਬੜੀ ਮੁਹੱਬਤ ਨਾਲ ਸਵਾਗਤ ਕੀਤਾ ਗੁਰੂ ਸਾਹਿਬ ਜੀ ਦਾ।
ਹਵੇਲੀ ਦਾ ਜਿਹੜਾ ਇੱਥੇ ਚਮਕੌਰ ਦੀ ਕੱਚੀ ਗੜ੍ਹੀ ਦਾ ਜ਼ਿਕਰ ਆਇਆ, ਇਹਨੂੰ ਹਵੇਲੀ ਵੀ ਲਿਖਿਆ, ਕੱਚੀ ਗੜ੍ਹੀ ਕਰਕੇ ਵੀ ਲਿਖਿਆ। ਇਸ ਹਵੇਲੀ ਦੇ ਮਾਲਕ ਦਾ ਨਾਂ ਸੀ ਚੌਧਰੀ ਬੁੱਧੀ ਚੰਦ। ਮਹਾਰਾਜ ਨੇ ਸ਼ਰਨ ਲੈਣ ਵਾਸਤੇ ਚਮਕੌਰ ਦੀ ਗੜ੍ਹੀ ਉੱਚੇ ਥਾਂ ਤੇ ਬਣੀ ਹੋਈ ਸੀ। ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਵਿੱਚ ਜਾ ਕੇ ਟਿਕਾਣਾ ਕੀਤਾ। 8 ਪੋਹ ਵਾਲਾ ਜਿਹੜਾ ਦਿਨ ਚੜ੍ਹਿਆ ਜੀ, ਜਿਹੜਾ ਆਪਾਂ 1705 ਦਾ ਇਹ ਜ਼ਿਕਰ ਕਰ ਰਹੇ ਹਾਂ, ਇੱਕ ਬਹੁਤ ਭਿਆਨਕ ਅਨੋਖਾ ਯੁੱਧ ਚਮਕੌਰ ਦਾ ਜਿਹੜਾ ਲੜਿਆ ਗਿਆ, ਜਿੱਥੇ ਗੁਰੂ ਸਾਹਿਬ ਦੇ 2 ਲੱਖ ਤੇ ਜ਼ਿਕਰ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮਾ ਪੀਂਦੇ ਨੇ। ਜਿਸ ਵਕਤ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਪਹੁੰਚਦੇ ਨੇ ਨਾ, ਸਿੰਘਾਂ ਅੰਦਰ ਗੁੱਸਾ ਵੀ ਬਹੁਤ ਹੈ। ਮਹਾਰਾਜ ਬੜੇ ਪਿਆਰ ਨਾਲ, ਬੜੇ ਤਰੀਕੇ ਨਾਲ ਉਹਨਾਂ ਸਿੰਘਾਂ ਨੂੰ ਸਮਝਾ ਰਹੇ ਨੇ ਵੀ ਇਹ ਰਸਤਾ ਕਿਸ ਤਰ੍ਹਾਂ ਤੈਅ ਕਰਨਾ ਹੈ। ਇੱਥੇ ਕਵੀਆਂ ਨੇ, ਅੱਲਾ ਯਾਰ ਰੱਖਾਂ ਜੋਗੀ ਨੇ ਆਪਣੀ ਕਲਮ ਦੇ ਰਾਹੀਂ ਉਹ ਦਰਦ ਬਿਆਨ ਕੀਤਾ ਹੈ। ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਵਿੱਚ ਕਿਸ ਤਰ੍ਹਾਂ ਆਪਣੇ ਸਿੰਘਾਂ ਵੱਲ ਵੇਖ ਰਹੇ ਨੇ। ਪਰਿਵਾਰ ਦਾ ਵਿਛੋੜਾ ਪੈ ਗਿਆ ਸਰਸਾ ਦੇ ਕੰਢੇ ਤੇ। ਕਵੀ ਜੀ ਲਿਖਦੇ ਨੇ, ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾਕਰ। ਕੁਝ ਸਿੰਘ ਨਾ ਚਮਕੌਰ ਦੀ ਕੱਚੀ ਗੜ੍ਹੀ ਅੰਦਰ ਇਸੇ ਤਰ੍ਹਾਂ ਮਿੱਟੀ ਤੇ ਖਾਕ ਤੇ ਲੇਟੇ ਪਏ ਨੇ। ਥਕੇਵਾਂ ਵੀ ਬਹੁਤ ਹੋ ਗਿਆ ਜੀ। ਅੱਗੇ ਕਵੀ ਜੀ ਲਿਖਦੇ ਨੇ, ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਪਹਿਰਾ ਲਗਾ ਦੇਨੇ ਕੋਈ ਤਲਵਾਰ ਉਠਾ ਕਰ। ਕਈ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਤਲਵਾਰ ਉਠਾ ਕੇ ਪਹਿਰਾ ਦੇ ਰਹੇ ਨੇ। ਮਹਾਰਾਜ ਸਿੰਘਾਂ ਨੂੰ ਕਹਿ ਰਹੇ ਨੇ, ਸਿੰਘੋ ਆਰਾਮ ਕਰੋ, ਮੈਂ ਪਹਿਰਾ ਦੇਵਾਂਗਾ। ਪਰ ਸਿੰਘ ਕਹਿ ਰਹੇ ਨੇ, ਸਤਿਗੁਰੂ ਜੀ ਤੁਸੀਂ ਆਰਾਮ ਕਰੋ, ਪਹਿਰਾ ਅਸੀਂ ਦੇਵਾਂਗੇ। ਉਹ ਕੌਣ ਲੋਕ ਸੀ ਜੀ? ਜਿਹੜੇ ਚਮਕੌਰ, ਜਿਨ੍ਹਾਂ ਨੂੰ ਦੱਬੇ ਕੁਚਲੇ ਕਿਹਾ ਜਾਂਦਾ ਸੀ, ਨਿਮਾਣੇ ਨਿਤਾਣੇ ਬਹੁਤ ਕੁਝ ਕਿਹਾ ਜਾਂਦਾ ਸੀ। ਕਾਠਾ ਸਿੰਘ ਤੇ ਹੋਰ ਵੀ ਜ਼ਿਕਰ ਹੁੰਦਾ ਸਿੰਘਾਂ ਦਾ ਜੀ, ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਅੰਦਰ ਇਸ ਵਕਤ ਪਹਿਰੇ ਦਿੱਤੇ ਨੇ। ਗੋਬਿੰਦ ਪੀ ਸ਼ਾਬ ਹੋਏ ਖੈਮਾ ਮੈਂ ਜਾ ਕਰ। ਸਤਿਗੁਰੂ ਮਹਾਰਾਜ ਵੀ ਇਹ ਸਭ ਕੁਝ ਹਾਲਾਤਾਂ ਨੂੰ ਵੇਖ ਰਹੇ ਨੇ। ਦੇਖਾ वो वहाँ बैठे हैं गर्दन को झुका कर। कई गर्दनां ਨੂੰ ਝੁਕਾ ਕੇ ਬੈਠੇ ਨੇ। ਕਈ ਸਿੰਘ ਸੋਚ ਰਹੇ ਨੇ, ਵੇਖ ਰਹੇ ਨੇ ਵੀ ਅੱਗੇ ਕਿਸ ਤਰ੍ਹਾਂ ਵਾਪਰਨਾ, ਕੀ ਗੱਲ ਹੋ ਗਈ ਹੈ। ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ। ਇੱਧਰੋਂ ਪਾਤਸ਼ਾਹ ਜੀ ਵੀ ਬੈਠੇ ਨੇ ਇੱਕ ਥਾਂ ਤੇ, ਸਿੰਘ ਵੀ ਬੈਠੇ ਨੇ। ਸਤਿਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਇੱਕੋ ਸ਼ਬਦ ਨਿਕਲਦਾ, ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ, ਤੂੰ ਹੀ ਤੂੰ ਹੈ ਮੇਰੇ ਮਾਲਕ। ਅੱਗੇ ਕਵੀ ਜੀ ਨੇ ਇੱਕ ਹੋਰ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ। ਜਬ ਡੇਢ ਘੜੀ ਰਾਤ ਕੀ, ਜਦੋਂ ਰਾਤ ਦੀ ਨਾ ਅੱਧੀ ਘੜੀ ਬਤੀਤ ਹੁੰਦੀ ਹੈ, जिक्र खुदा में जब डेढ़ घड़ी रात गई जिक्र खुदा में खैमे से निकल आए सरकार हवा में। अद्धी घड़ी जदों बतीत होई ना, महाराज सिंह आराम कर रहे ने, पातशाह जी सारे ਸਿੰਘਾਂ ਨੂੰ ਵੇਖ ਰਹੇ ਨੇ। ਤਖਤਾਂ ਵਾਲੇ, ਤਾਜਾਂ ਵਾਲੇ, ਬਾਜਾਂ ਵਾਲੇ ਮਾਹੀ ਅੱਜ ਚਮਕੌਰ ਦੀ ਕੱਚੀ ਗੜੀ ਅੰਦਰ ਤਖਤਾਂ ਤੇ ਪੈਣ ਵਾਲੇ, ਮਖਮਲੀ ਸੇਜਾਂ ਤੇ ਪੈਣ ਵਾਲੇ ਅੱਜ ਇਸੇ ਤਰ੍ਹਾਂ ਮਿੱਟੀ ਤੇ ਚਮਕੌਰ ਦੀ ਕੱਚੀ ਗੜੀ ਵਿੱਚ ਵਿਸ਼ਰਾਮ ਕਰ ਰਹੇ ਨੇ। ਖੈਮੇ ਸੇ ਨਿਕਲੇ ਆਏ ਸਰਕਾਰ ਹਵਾ ਮੇ। ਇਹ ਸਤਿਗੁਰੂ ਜੀ ਨੂੰ ਕਿਹਾ ਗਿਆ ਜੀ, ਸਾਡੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਦਮੋਂ ਸੇ ਟਹਿਲਤੇ ਥੇ। ਹੌਲੀ ਹੌਲੀ ਮਹਾਰਾਜ ਕਦਮ ਰੱਖ ਰਹੇ ਨੇ, ਮਗਰ ਦਿਲ ਮੇ ਦੁਆ ਮੇ। ਦਿਲ ਵਿੱਚ ਪਾਤਸ਼ਾਹ ਜੀ ਇੱਥੇ ਆਪਾਂ ਜਿਹੜੀ ਪੜ੍ਹ ਰਹੇ ਹਾਂ ਜੀ, ਅਰਦਾਸ ਕਰ ਰਹੇ ਨੇ ਆਪਣੇ ਦਿਲ ਦੇ ਅੰਦਰ। ਪੋਲੇ ਪੋਲੇ ਮਲਕ ਮਲਕ ਮਹਾਰਾਜ ਕਦਮ ਰੱਖ ਰਹੇ ਨੇ। ਬੋਲੇ ਐ ਖੁਦਾਵੰਦ, ਉਸ ਅਕਾਲ ਪੁਰਖ ਨੂੰ ਕਹਿ ਰਹੇ ਨੇ। ਬੋਲੇ ਗੁਰੂ ਸਾਹਿਬ ਜੀ, ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੇ। ਹੇ ਮੇਰੇ ਅਕਾਲ ਪੁਰਖ, ਮੈਂ ਡੋਲਿਆ ਨਹੀਂ, ਘਬਰਾਇਆ ਨਹੀਂ, ਆਨੰਦਪੁਰ ਦਾ ਕਿਲਾ ਛੱਡ ਦਿੱਤਾ,
ਪਰਿਵਾਰ ਦਾ ਵਿਛੋੜਾ ਪੈ ਗਿਆ। ਪਰ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ ਆਪਣੀ ਕਲਮ ਦੇ ਰਾਹੀਂ, ਬੋਲੇ ਐ ਖੁਦਾਬੰਦ ਹੂੰ तेरी रजा में खुश हूँ, तेरी रजा में, हे खुदाबंद तेरी रजा विच मैं खुश हाँ, घबराया नहीं मैं। करतार से कह दो, इत्थे कवि जी लिखते ने, करतार से कह दो कहते थे गोया रूबरू होकर। महाराज उस रब नूं कहंदे ने, अरदास करते ने, कल जाऊंगा चमकौर से सुरखरू होकर। कल चमकौर दी गढ़ी विचों सुरखरू होके जावांगा। इहदा कहण दा भाव की सी? महाराज इत्थे पता सी ना अगे की वापरना है। मेरे जिगर दे टुटे वड्डे साहबजादे चमकौर दी गढ़ी, चमकौर दी जंग विचों सुरखरू होके जावांगा, दो पुत्रां नूं कुरबान करके जावांगा। परिवार इत्थे आपां इस कवि दी अल्लाह यार खां जोगी दी गल कीती है जी। ये बड़े दर्द नाल लिखिया हुई गल्लां ने। जदों असी विचारांगे ना, पढ़ांगे, किन्ना दर्द किन्ना दुख भी महसूस हुंदा है। पर महाराज खुश ने उस अकाल पुरख दे भाणे विच। किन्ना तशद्दद वापरिया, किन्ना कहर वापरिया। इधरों अगला जदों 8 पोह वाले दिन की आपां गल करदे सी ना, चमकौर दी गढ़ी अंदर महाराज विश्राम कर रहे ने, हत्थ विच तलवार फड़ी हुई है, सिंह भी इत्थे आराम कर रहे ने। आखिर जिहड़ा बैरी दा दल सी, पहाड़ी फौजां सी, वजीर खान दीयां फौजां सी, ये बहुत अनोखा संसार दा जे अनोखा युद्ध को वेखना ना, चमकौर दा युद्ध है जी। संसार दा जे तुसी किते भी आल वर्ल्ड दी हिस्टरी नूं पढ़ लो, एडा युद्ध किते नहीं लग्या होना जिड्डा चमकौर दा युद्ध होया है। एक पासे किन्नियां भारी फौजां ने, पर चमकौर दी गढ़ी विच पता किन्ने सिंह ने? 43 जाने ने। 43 में गुरु साहब जी आपने, 40 सिंह ने, 2 गुरु साहब दे साहबजादे ने ते पातशाह जी आपने। इन्नियां भारी फौजां दी कच्ची गढ़ी विच जाण दी किसे दी हिम्मत नहीं पैंदी। समय दी हुकूमत कोल, सरकार दे कोल सब कुछ है, तोपा सब कुछ है उन्हां कोल, किसी चीज़ का घाटा नहीं। गुरु साहब उस रब की रजा में रहिंदे हुए चमकौर की गढ़ी में समा बतीत कर रहे हैं। किसी की जरूरत नहीं पै रही भी चमकौर की गढ़ी में जाके वेखता ये भी किन्ने के जाने ने। महाराज की ब्योंत बड़ी जिहड़ी ब्योंतबंदी सी ना, महाराज की बड़े कमाल की ब्योंतबंदी सी। लोग दंग रह जाते सी, डर जाते सी, पहाड़ीए घबरा जाते सी। किन्नियां भारी फौजां लगियां हुई ने सतगुरु जी नूं गिरफ्तार करन खातर, सतगुरु जी नूं फड़न खातर। किसी की जरूरत नहीं पैंदी, कलगियां वाले दे मूहरे को वेखे अख चक पा के। इत्थे जिहड़ा आपां इतिहास पढ़ रहे हैं जी, भारी फौजां नूं आखिरकार चमकौर दी कच्ची गढ़ी नूं घेरा पा लिया। चमकौर दी कच्ची गढ़ी नूं घेरा पा लिया। इत्थे एक मुगल दा नाम आया जी, जरनैल नार खां। ये मुगलों का तकड़ा जरनैल सी। इन्हें थोड़ा मैं वेखता हाँ पौड़ी इलाके भी गढ़ी दे विच किन्ने क सिंह ने, किन्ने क सिख रहिंदे ने। नार खां ने जदों कच्ची गढ़ी नाल पौड़ी लाई ना, महाराज ने नार खां नूं इत्थे ही ढा दिता। इधरों चमकौर दे उत्ते खड़े महाराज तीरां दी बाछड़ कर रहे ने, तीरां दे नाल मुकाबला कर रहे ने। उस तो बाद ये जिहड़ा तकड़ा जरनैल सी महाराज ने डिग दिता। उस तो बाद होरां ने भी बड़ा जिक्र किया, कवियां ने इतिहासकारां ने लिखिया। इत्थे जरनैल ख्वाजा महदूद अली अपने साथियों समेत इन्हां डरदा डरदा ख्वाजा महदूद ये डरदा डरदा गढ़ी दे कंध कोलों दी भज गया। महाराज ने वार नहीं किया इत्ते। महाराज कहण लगे बुजदल डरपोक बंदा, ये ते पिछे इहदे वार की करना है। महाराज ने जफरनामे दे विच इहनूं जो लिखिया, जिहड़ा ख्वाजा महदूद अली सी ना, सतगुरु महाराज ने इहदे ते वार नहीं किया, डर गया सी। जफरनामे दे विच भी इहदा जिक्र किया ना मर्द। जफरनामे विच भी महाराज ने आख्या तू मर्द नहीं, असल तेरे अंदर जरूरत नहीं। इत्थों कच्ची गढ़ी दे विच महाराज एक ब्योंतबंदी दे नाल जथियां दे रूप दे अंदर
5-5 ਸਿੰਘਾਂ ਦੇ ਜਥੇ ਭੇਜ ਰਹੇ ਨੇ। ਸਿੰਘਾਂ ਦੇ ਜਥੇ ਆਉਂਦੇ ਨੇ, ਸਿੰਘਾਂ ਦੇ ਜਥੇ ਆਉਂਦੇ ਨੇ। ਮਹਾਰਾਜ ਨੇ ਵਿਉਂਤ ਬਣਾਈ, ਸਿੰਘਾਂ ਦੇ ਜਥੇ ਇੱਥੋਂ ਕੁਰਬਾਨੀਆਂ ਦੇ ਕਰਕੇ ਸ਼ਹਾਦਤ ਦਾ ਜਾਮਾ ਪੀਂਦੇ ਨੇ। ਆਖਰਕਾਰ ਬਾਬਾ ਅਜੀਤ ਸਿੰਘ ਨੇ ਗੁਰੂ ਪਿਤਾ ਤੋਂ ਆਗਿਆ ਮੰਗੀ। ਗੜੀ ਵਿੱਚ ਜਿਹੜੇ ਬਚੇ ਸਿੰਘ ਸੀ ਨਾ, ਕੁਝ ਪਿਆਰੇ ਸੀ ਜਿਹੜੇ, ਉਹ ਕਹਿਣ ਲੱਗੇ ਮਹਾਰਾਜ ਆਪਣੇ ਪੁੱਤਰ ਨੂੰ ਨਾ ਭੇਜੋ, ਮਹਾਰਾਜ ਇਹਨਾਂ ਨੂੰ ਬਚਾ ਲਓ। ਗੁਰੂ ਸਾਹਿਬ ਨੇ ਬੜੇ ਪਿਆਰੇ ਬੋਲ ਆਖੇ, ਕਿਹੜੇ ਪੁੱਤਰਾਂ ਦੀ ਗੱਲ ਕਰਦੇ ਹੋ? ਅਜੀਤ ਦੀ ਗੱਲ ਕਰਦੇ ਹੋ, ਜੁਝਾਰ ਦੀ ਗੱਲ ਕਰਦੇ ਹੋ? ਤੁਸੀਂ ਜਿਹੜੇ ਬਿਨਾਂ ਤਨਖਾਹਾਂ ਤੋਂ ਆਪਣੀਆਂ ਜਵਾਨੀਆਂ ਭੇਟ ਕਰ ਦਿੱਤੀਆਂ, ਤੁਹਾਡੇ ਪਰਿਵਾਰਾਂ ਦੇ ਪਰਿਵਾਰ ਕੁਰਬਾਨ ਹੋ ਗਏ। ਅਜੀਤ ਤੇ ਜੁਝਾਰ ਵਿੱਚ ਤੁਹਾਡੇ ਵਿੱਚ ਮੈਂ ਕੋਈ ਫਰਕ ਨਹੀਂ ਸਮਝਿਆ। ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਵਿੱਚ ਕਹਿ ਰਹੇ ਨੇ, ਸਾਰੇ ਜਿੰਨੇ ਤੁਸੀਂ ਹੋ ਇਸ ਚਮਕੌਰ ਦੀ ਗੜੀ ਅੰਦਰ, ਸਾਰੇ ਮੇਰੇ ਪੁੱਤਰ ਹੋ। ਅਜੀਤ ਨੇ ਆਗਿਆ ਮੰਗੀ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਨੇ ਜੀ। ਜਿਹੜੀ ਉਮਰ ਵਿਆਹ ਦੀ ਹੁੰਦੀ ਹੈ, ਜਿਹੜੀ ਉਮਰ ਜਿਸ ਉਮਰ ਵਿੱਚ ਘੋੜੀਆਂ ਗਾਈਆਂ ਜਾਣੀਆਂ ਸੀਆਂ, ਇੱਥੇ ਹੋਰੇ ਕੁਝ ਵਾਪਰ ਗਿਆ। ਸਤਿਗੁਰੂ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਜਾਂਦੇ ਨੇ। ਦੁਸ਼ਮਣਾਂ ਦੇ ਨਾਲ ਤਲਵਾਰ ਦੇ ਨਾਲ ਜ਼ੋਰ ਵਿਖਾ ਕਰਕੇ ਮਹਾਰਾਜ ਦੇ ਵੱਡੇ ਪੁੱਤਰ ਅਨੇਕਾਂ ਦੁਸ਼ਮਣਾਂ ਦਾ ਆਹੂ ਲਾਂਦੇ ਹੋਏ ਇੱਥੇ ਕੁਰਬਾਨ ਹੋ ਜਾਂਦੇ ਨੇ। ਮਹਾਰਾਜ ਗੜੀ ਦੀ, ਚਮਕੌਰ ਦੀ ਗੜੀ ਦੀ ਇੱਕ ਉੱਚੀ ਮਮਟੀ ਤੇ ਵੇ ਕਰਕੇ ਆਪਣੇ ਪੁੱਤਰ ਨੂੰ ਅੱਖਾਂ ਨਾਲ ਵੇਖ ਰਹੇ ਨੇ। ਸਤਿਗੁਰੂ ਮਹਾਰਾਜ ਆਪਣੇ ਪੁੱਤਰ ਨੂੰ ਜਦੋਂ ਅੱਖਾਂ ਨਾਲ ਵੇਖ ਰਹੇ ਨੇ ਨਾ, ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ, ਇੰਨੇ ਫੱਟ ਬਾਬਾ ਅਜੀਤ ਸਿੰਘ ਦੇ ਵੱਜੇ, ਕਿਉਂਕਿ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਨਾ ਵੀ ਗੁਰੂ ਸਾਹਿਬ ਦਾ ਵੱਡਾ ਪੁੱਤਰ ਹੈ। ਕਿਵੇਂ ਟੁੱਟ ਕੇ ਕਿੱਡਾ ਉਹ ਪਹਾੜੀ ਰਾਜੇ ਉਹ ਦਲ ਪੈਂਦਾ ਹੈ ਗੁਰੂ ਸਾਹਿਬ ਦੇ ਪੁੱਤਰ ਤੇ। ਮਹਾਰਾਜ ਆਪਣੇ ਪੁੱਤਰ ਨੂੰ ਵੇਖ ਰਹੇ ਨੇ। ਰਣ ਕਾ ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ। ਨਾਮ ਵੀ ਬੜਾ ਕਮਾਲ ਦਾ ਗੁਰੂ ਸਾਹਿਬ ਦੇ ਵੱਡੇ ਪੁੱਤਰ ਦਾ। ਇਸ ਜੰਗ ਦੇ ਵਿੱਚ ਬਹੁਤ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਨੇ। ਆਪਣੇ ਪੁੱਤਰ ਨੂੰ ਵੇਖ ਰਹੇ ਨੇ। ਮਹਾਰਾਜ ਚਮਕੌਰ ਦੀ ਗੜੀ ਤੇ ਉੱਚੀ ਮਮਟੀ ਤੇ ਬੈਠੇ ਨੇ। ਮਹਾਰਾਜ ਜਕਾਰਾ ਗਜਾਉਂਦੇ ਨੇ। ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦੀਆਂ ਪਾਉਂਦਾ, ਇੱਧਰ ਬਾਜਾਂ ਵਾਲਾ ਬਾਪੂ ਜਕਾਰੇ ਲਾਉਂਦਾ। ਐਡਾ ਜ਼ਿਗਰ, ਐਡਾ ਦਿਲ ਹੈ ਕਿਸੇ ਕੋਲ? ਸੰਸਾਰ ਦੇ ਅੰਦਰ, ਦੁਨੀਆ ਅੰਦਰ ਕੋਈ ਨਹੀਂ ਬਣ ਸਕਦਾ ਬਾਜਾਂ ਵਾਲੇ ਬਾਪੂ ਵਰਗਾ। ਅਜੀਤ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਇਸ ਜੰਗ ਦੇ ਵਿੱਚ ਜਾਂਦੇ ਨੇ। ਆਗਿਆ ਲਈ ਪਿਤਾ ਤੋਂ ਮਹਾਰਾਜ ਫੇਰ ਕਿਹਾ, ਮਹਾਰਾਜ ਇੱਕ ਨੂੰ ਤਾਂ ਰੱਖ ਲਓ। ਸਿੱਖ ਕਹਿ ਰਹੇ ਨੇ ਮਹਾਰਾਜ ਇੱਕ ਪੁੱਤਰ ਨੂੰ ਤਾਂ ਰੱਖ ਲਓ, ਇੱਕ ਤਾਂ ਕੁਰਬਾਨ ਹੋ ਗਿਆ। ਸਤਿਗੁਰੂ ਮਹਾਰਾਜ ਦਾ ਦਿਲ ਦੇਖੋ, ਜਿਗਰਾ ਵੇਖੋ। 42 ਸਾਲ ਦੀ ਉਮਰ ਦੇ ਵਿੱਚ ਕਿੱਡੇ ਕਿੱਡੇ ਕਾਰਜ ਮਹਾਰਾਜ ਨੇ ਕੀਤੇ। ਦੂਸਰੇ ਪੁੱਤਰ ਨੂੰ ਵੀ ਤੋੜ ਦਿੱਤਾ। ਉਸ ਦੂਸਰੇ ਪੁੱਤਰ ਨੂੰ ਵੀ, ਜੁਝਾਰ ਸਿੰਘ ਨੂੰ ਵੀ ਮਹਾਰਾਜ ਲੜਦੇ ਦੇਖ ਰਹੇ ਨੇ। ਗੜੀ ਦੀ ਉੱਚੀ ਮਮਟੀ ਤੇ ਬਹਿ ਕੇ ਜਕਾਰੇ ਗਜਾ ਰਹੇ ਨੇ। ਸਤਿਗੁਰ ਪਾਤਸ਼ਾਹ ਜੀ ਦੋਵੇਂ, ਇੱਥੋਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਅੱਜ ਮੈਂ ਸੁਰਖਰੂ ਹੋ ਕੇ ਜਾਵਾਂਗਾ ਚਮਕੌਰ ਦੀ ਗੜੀ ਤੋਂ। ਦੋ ਪੁੱਤਰ ਸਤਿਗੁਰੂ ਜੀ ਨੇ ਇਸ ਚਮਕੌਰ ਦੀ ਗੜੀ ਵਿੱਚ ਕੁਰਬਾਨ ਕਰ ਦਿੱਤੇ ਨੇ। ਇੱਧਰੋਂ ਇੱਕ ਪਰਿਵਾਰ ਦਾ ਜਥਾ ਮਾਤਾ ਗੁਜਰ ਕੌਰ ਨਾਲ, ਦੋਵੇਂ ਛੋਟੇ ਸਾਹਿਬਜ਼ਾਦੇ ਗੱਲਾਂ ਕਰਦੇ, ਤੋਤਲੀ ਆਵਾਜ਼ ਵਿੱਚ ਦਾਦੀ ਮਾਂ ਨਾਲ ਗੱਲਾਂ ਕਰਦੇ। ਉਹ ਕੰਗੂ ਦੇ ਘਰ ਪਹੁੰਚਦੇ ਨੇ। ਪੁੱਛ ਰਹੇ ਨੇ ਬਾਰ-ਬਾਰ ਆਪਾਂ ਕਿੱਧਰ ਨੂੰ ਆ ਗਏ, ਕਿਸ ਵਕਤ ਅਜੀਤ ਕੋਲ ਜਾਣਾ, ਕਿਸ ਵਕਤ ਜੁਝਾਰ ਕੋਲ ਜਾਣਾ, ਕਿਸ ਵਕਤ ਗੁਰੂ ਪਿਤਾ ਕੋਲ ਜਾਣਾ। ਪਰ ਦਾਦੀ ਕਿਸ ਤਰ੍ਹਾਂ ਸਮਝਾਵੇ ਉਹਨਾਂ ਮਾਸੂਮ ਬੱਚਿਆਂ ਨੂੰ ਵੀ ਤੁਹਾਡੇ ਵੱਡੇ ਭਰਾ ਚਮਕੌਰ ਦੀ ਉਸ ਜੰਗ ਦੇ ਵਿੱਚ ਸ਼ਹਾਦਤ ਦਾ ਜਾਮਾ ਪੀ ਗਏ ਨੇ। ਉਹ ਤਾਂ ਮਿਲਣ ਦੀਆਂ ਗੱਲਾਂ ਕਰਦੇ ਨੇ ਨਾ ਦੋਵੇਂ ਸਾਹਿਬਜ਼ਾਦੇ, ਵੀ ਵੱਡੇ ਭਰਾ ਨੂੰ ਜਾ ਕੇ ਮਿਲਾਂਗਾ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ। ਅਗਲਾ ਜਿਹੜਾ ਇਤਿਹਾਸ ਹੈ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਵਿਚਾਰ ਕਰਾਂਗੇ ਜੀ। ਗੁਰੂ ਸਾਹਿਬ ਦੀ ਕੁਰਬਾਨੀ ਬਾਬਤ ਜੋ ਆਪਾਂ ਵਿਚਾਰਾਂ ਕਰਦੇ ਹਾਂ, ਇਹਨਾਂ ਇਤਿਹਾਸਕ ਤਵਾਰੀਖ ਦੇ ਪੰਨਿਆਂ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ ਜੀ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬਹੁਤ ਵੱਡਾ ਇਹ ਕਹਿਰ ਹੈ। ਇਤਿਹਾਸ ਸੁਣਾਉਣ ਲੱਗੇ ਵੀ ਕਈ ਵਾਰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਵੀ ਕਿੱਡਾ ਵੱਡਾ ਕਹਿਰ ਵਾਪਰਿਆ ਗੁਰੂ ਸਾਹਿਬ ਦੇ ਪਰਿਵਾਰ ਨਾਲ। ਗੁਰੂ ਸਾਹਿਬ ਜੀ ਕਿਰਪਾ ਕਰਨ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।